Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 143ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਵੇਖ ਜੇ ਮਿੱਠਾ ਕਟਿਆ, ਕਟ ਕਟ ਵੱਧਾ ਪਾਏ, ਖੁੰਡਾ ਅੰਦਰ ਰੱਖ ਕੈ ਦੇਨ ਸੋ ਮਲ ਸਜਾਏ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 142ਵੇਂ ਅੰਗ ਦੀਆਂ ਅਖੀਰਲੀਆਂ ਪੰਕਤੀਆਂ ਦੇ ਵਿੱਚ ਕਣਕ ਦੀ ਫਸਲ ਦੀ ਗੱਲ ਹੋਈ ਸੀ ਕਿ ਕਿਸ ਤਰ੍ਹਾਂ ਅਸੀਂ ਕਣਕ ਦੀ ਫਸਲ ਨੂੰ ਕੱਟ ਕੇ ਦਾਣੇ ਕੱਢ ਕੇ ਬਾਅਦ ਦੇ ਵਿੱਚ ਜਦੋਂ ਪੀਸਣ ਲੱਗਦੇ ਹਾਂ ਤਾਂ ਉਸ ਚੱਕੀ ਦੇ ਵਿੱਚ ਜੋ ਦਾਣੇ ਕਿੱਲੀ ਦੇ ਨੇੜੇ ਰਹਿੰਦੇ ਹਨ ਉਹ ਬਚ ਜਾਂਦੇ ਹਨ, ਤੇ ਅਸੀਂ ਇਹ ਸਮਝਿਆ ਸੀ ਕਿ ਜਿਹੜੇ ਇਨਸਾਨ ਉਸ ਕਿੱਲੀ ਰੂਪ ਪਰਮਾਤਮਾ ਦੇ ਨੇੜੇ ਰਹਿੰਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 143ਵੇਂ ਅੰਗ ਦੀਆਂ ਇਹਨਾਂ ਪਹਿਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਗੰਨੇ ਦੀ ਫਸਲ ਦੀ ਗੱਲ ਕਰ ਰਹੇ ਹਨ। ਕਹਿੰਦੇ ਵੇਖ ਜੇ ਮਿੱਠਾ ਕੱਟਿਆ, ਮਿੱਠਾ ਤੋਂ ਭਾਵ ਗੰਨਾ। ਕਹਿੰਦੇ ਗੰਨੇ ਨੂੰ ਵੇਖ ਕੇ ਵੱਢੀਦਾ ਹੈ, ਕੱਟ ਕੁੱਟ ਬੱਧਾ ਪਾਏ, ਵੇਖ ਕੇ ਵੱਢ ਕੇ ਉਸ ਨੂੰ ਛਿੱਲ ਛਿੱਲ ਕੇ ਰੱਸੀ ਦੇ ਵਿੱਚ ਬੰਨ੍ਹ ਲਈਦਾ ਹੈ। ਕੱਟ ਕੁੱਟ ਤੋਂ ਭਾਵ ਛਿੱਲਣਾ ਤੇ ਬੱਧੇ ਤੋਂ ਭਾਵ ਬੰਨ੍ਹ ਲੈਣਾ। ਖੁੰਡਾ ਅੰਦਰ ਰੱਖ ਕੇ, ਖੁੰਡਾ ਭਾਵ ਵੇਲਣਾ, ਜਿਹਦੇ ਵਿੱਚ ਕੀ ਗੰਨੇ ਨੂੰ ਪੀੜਿਆ ਜਾਂਦਾ ਹੈ। ਜੇਕਰ ਤੁਸੀਂ ਅਸਲੀ ਜੋ ਵੇਲਣਾ ਹੁੰਦਾ ਸੀ ਜਿਹੜਾ ਕਿ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਖੇਤਾਂ ਦੇ ਵਿੱਚ ਵਰਤ ਕੇ ਗੰਨੇ ਦਾ ਗੁੜ ਬਣਾਇਆ ਜਾਂਦਾ ਸੀ, ਉਹ ਨਹੀਂ ਵੇਖਿਆ ਹੈ ਤਾਂ ਗੰਨੇ ਦਾ ਜੂਸ ਬਣਾਉਣ ਵਾਲੀ ਜੋ ਮਸ਼ੀਨ ਹੈ ਉਹ ਜ਼ਰੂਰ ਦੇਖੀ ਹੋਏਗੀ। ਤੇ ਉਹਦੇ ਵਿੱਚ ਵੀ ਜਿਹੜੇ ਉਹ ਦੰਦਿਆਂ ਦੇ ਵਿੱਚ ਦੀ ਗੰਨਾ ਨਿਕਲਦਾ ਹੈ ਉਹਨਾਂ ਨੂੰ ਵੇਲਣਾ ਆਪਾਂ ਕਹਿ ਸਕਦੇ ਹਾਂ। ਤਾਂ ਕਹਿੰਦੇ ਕਿ ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ। ਮਲ ਇੱਥੇ ਜ਼ਿਮੀਂਦਾਰ ਨੂੰ ਕਿਹਾ ਗਿਆ ਹੈ ਕਿ ਇੰਜ ਜਾਪਦਾ ਹੈ ਕਿ ਗੰਨੇ ਦੀ ਫਸਲ ਨੂੰ ਕੱਟ ਕੇ ਛਿੱਲ ਕੇ ਭਰੀਆਂ ਬੰਨ ਬੰਨ ਕੇ ਲਿਜਾ ਕੇ ਬਾਅਦ ਦੇ ਵਿੱਚ ਵੇਲਣੇ ਦੇ ਵਿੱਚ ਰੱਖ ਕੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਰਸ ਕਸ ਟੱਟਰ ਪਾਈਐ, ਤਪੈ ਤੈ ਵਿਲ ਲਾਏ। ਉਸ ਵੇਲਣੇ ਦੇ ਵਿੱਚ ਪੀੜ ਕੇ ਉਹਦਾ ਰਸ ਕੱਢ ਕੇ, ਟੱਟਰ ਤੋਂ ਭਾਵ ਕੜਾਹੀ, ਕੜਾਹੀ ਦੇ ਵਿੱਚ ਪਾ ਲਿਆ ਜਾਂਦਾ ਹੈ। ਤਾਂ ਇੰਜ ਜਾਪਦਾ ਹੈ ਕਿ ਜਿਵੇਂ ਉਹ ਤਪੈ ਤੇ ਵਿਲ ਲਾਏ, ਕਿ ਉਹ ਜੋ ਰਸ ਹੈ, ਉਹ ਜੋ ਰੌ ਗੰਨੇ ਦਾ ਕੱਢਿਆ ਹੋਇਆ ਕੜਾਹੀ ਦੇ ਵਿੱਚ ਪਾਇਆ ਹੈ ਉਹ ਤਪ ਰਿਹਾ ਹੋਵੇ ਤੇ ਵਿਲ ਲਾ ਰਿਹਾ ਹੋਵੇ। ਭੀ ਸੋ ਫੋਗ ਸਮਾਲੀਐ, ਦਿੱਚੈ ਅੱਗ ਜਲਾਏ। ਫੋਗ ਤੋਂ ਭਾਵ ਰਸ ਕੱਢਣ ਤੋਂ ਬਾਅਦ ਜਿਹੜਾ ਉਹ ਗੰਨੇ ਦਾ ਸੁੱਕਾ ਨਾੜ ਬਚ ਜਾਂਦਾ ਹੈ। ਕਹਿੰਦੇ ਕਿ ਉਹਦਾ ਰਸ ਕੱਢਣ ਤੱਕ ਹੀ ਗੱਲ ਸੀਮਿਤ ਨਹੀਂ ਰਹਿੰਦੀ, ਜਿਹੜਾ ਉਹਦਾ ਸੁੱਕਾ ਨਾੜ ਪਿੱਛੇ ਬਚਦਾ ਹੈ ਉਹਨੂੰ ਵੀ ਅੱਗ ਦੇ ਵਿੱਚ ਮਚਾਇਆ ਜਾਂਦਾ ਹੈ। ਉਸੇ ਕੜਾਹੀ ਦੇ ਥੱਲੇ ਹੀ ਜਿਹਦੇ ਵਿੱਚ ਉਹਦਾ ਰਸ ਬਲ ਰਿਹਾ ਹੈ, ਉਸੇ ਦੇ ਥੱਲੇ ਹੀ ਸੁੱਕੇ ਹੋਏ ਨਾੜ ਦੀ ਅੱਗ ਮਚਾਈ ਹੁੰਦੀ ਹੈ। ਨਾਨਕ ਮਿੱਠਾ ਪੱਤਰੀਐ, ਵੇਖੋ ਲੋਕਾ ਆਏ। ਕਹਿੰਦੇ ਹੇ ਨਾਨਕ, ਇਹ ਆਖ ਕੇ ਹੇ ਲੋਕੋ ਆ ਕੇ ਗੰਨੇ ਦਾ ਹਾਲ ਵੇਖੋ। ਵੇਖੋ ਲੋਕਾ ਆਏ ਕਿ ਆ ਕੇ ਗੰਨੇ ਦਾ ਹਾਲ ਵੇਖੋ ਕਿ ਉਹਦੇ ਮਿੱਠੇ ਦੇ ਕਾਰਨ ਉਹ ਕਿਸ ਤਰ੍ਹਾਂ ਖੁਆਰ ਹੋਇਆ ਹੈ। ਹੁਣ ਇੱਥੋਂ ਅਸੀਂ ਇਹ ਨਹੀਂ ਸਮਝਣਾ ਕਿ ਜਿਹੜੇ ਇਨਸਾਨ ਮਿੱਠੇ ਹੁੰਦੇ ਹਨ ਸੁਭਾਅ ਦੇ ਜਾਂ ਚੰਗੇ ਹੁੰਦੇ ਹਨ ਉਹਨਾਂ ਨੂੰ ਦੁੱਖ ਸਹਾਰਨੇ ਪੈਂਦੇ ਹਨ। ਜੋ ਮਿੱਠਾ ਪੱਤਰੀਆ ਦੋ ਸ਼ਬਦ ਨੇ, ਉਹਨਾਂ 'ਚੋਂ ਪੱਤਰੀਏ ਦਾ ਭਾਵ ਹੈਗਾ ਕਿ ਪੇਸ਼ ਆਉਣਾ, ਕਿ ਜਿਹੜੇ ਮਿੱਠਾ ਪੇਸ਼ ਆਉਂਦੇ ਨੇ ਪਰ ਅਸਲ ਦੇ ਵਿੱਚ ਉਹ ਮਿੱਠੇ ਨਹੀਂ ਹੁੰਦੇ। ਇੱਦਾਂ ਦੇ ਇਨਸਾਨ ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਲਾਲਚ ਹੁੰਦਾ ਹੈ, ਕਿਸੇ ਮਾਇਆ ਦੇ ਮੋਹ ਦੇ ਵਸ ਦੇ ਵਿੱਚ ਆ ਕੇ ਜਾਂ ਲਾਲਚ ਦੇ ਵਿੱਚ ਆ ਕੇ ਇਨਸਾਨ ਦੂਜੇ ਇਨਸਾਨ ਦੇ ਨਾਲ ਮਿੱਠਾ ਪੇਸ਼ ਆਉਂਦੇ ਹਨ ਆਪਣਾ ਫਾਇਦਾ ਕੱਢਣ ਦੇ ਲਈ। ਤਾਂ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਦੋ ਸ਼ਬਦ ਜਿਹੜੇ ਮਿੱਠਾ ਪੱਤਰੀਆ ਲਿਖੇ ਗਏ ਹਨ। ਤੇ ਗੁਰੂ ਜੀ ਇਹ ਸਮਝਾਉਣਾ ਚਾਹੁੰਦੇ ਨੇ ਕਿ ਜੇਕਰ ਤੁਸੀਂ ਮਾਇਆ ਦੇ ਲਾਲਚ ਦੇ ਵਿੱਚ ਆ ਕੇ ਮਿੱਠਾ ਪਰਚਦੇ ਹੋ ਕਿਸੇ ਦੇ ਨਾਲ, ਆਪਦੇ ਲਾਲਚ ਦੇ ਲਈ ਕਿਸੇ ਦੇ ਨਾਲ ਮਿੱਠਾ ਬੋਲਦੇ ਹੋ, ਤਾਂ ਤੁਹਾਨੂੰ ਵੀ ਗੰਨੇ ਵਾਂਗ ਦੁੱਖ ਸਹਾਰਨੇ ਪੈ ਸਕਦੇ ਨੇ। ਪਵੜੀ ਇਕਣਾ ਮਰਨ ਨਾ ਚਿੱਤ, ਆਸ ਘਨੇਰਿਆ, ਮਰਮਰ ਜੰਮੈ ਨਿਤ ਕਿਸੈ ਨਾ ਕੇਰਿਆ। ਕਈ ਬੰਦੇ ਦੁਨੀਆ ਤੇ ਐਸੇ ਹੁੰਦੇ ਨੇ
ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਆਸਾਂ ਜੁੜੀਆਂ ਹੋਈਆਂ ਹੁੰਦੀਆਂ ਨੇ, ਜਿਨ੍ਹਾਂ ਦੇ ਮਨ ਨੂੰ ਬੜੀਆਂ ਆਸਾਂ ਨੇ ਘੇਰਿਆ ਹੋਇਆ ਹੁੰਦਾ ਹੈ, ਤੇ ਇੱਕ ਨਾ ਮਰਨ ਨਾ ਚਿੱਤ, ਤੇ ਉਹਨਾਂ ਨੂੰ ਮਰਨ ਜੋ ਹੈ, ਮੌਤ ਜੋ ਹੈ, ਚੇਤੇ ਨਹੀਂ ਆਉਂਦੀ। ਪਰ ਉਹ ਮਰ ਜੰਮੈ ਨਿੱਤ, ਉਹ ਨਿੱਤ ਜੰਮਦੇ ਮਰਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਨਿੱਤ ਹੀ ਮਾਇਆ ਦੇ ਖਿਆਲ ਵਿਕਾਰ ਉਪਜਦੇ ਰਹਿੰਦੇ ਨੇ। ਕਿਸੇ ਨਾ ਕੇਰਿਆ ਭਾਵ ਕਿ ਉਹ ਕਿਸੇ ਦੇ ਵੀ ਯਾਰ ਨਹੀਂ ਹੁੰਦੇ। ਆਪਨ ਰਹਿ ਮਨ ਚਿੱਤ ਕਹਿਨ ਚੰਗੇਰਿਆ, ਜਮ ਰਾਜਾ ਨਿਤ ਨਿਤ ਮਨਮੁਖ ਹੇਰਿਆ। ਆਪਨ ਰਹਿ ਮਨ ਚਿੱਤ ਤੋਂ ਭਾਵ ਆਪਣੇ ਮਨ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਕਹਿਨ ਚੰਗੇਰਿਆ, ਆਪਣੇ ਮਨ ਦੇ ਵਿੱਚ ਉਹ ਆਪਣੇ ਆਪ ਨੂੰ ਚੰਗੇ ਕਹਿੰਦੇ ਹਨ। ਜਮ ਰਾਜਾ ਨਿਤ ਨਿਤ ਮਨਮੁਖ ਹੇਰਿਆ, ਹੇਰਿਆ ਤੋਂ ਭਾਵ ਵੇਖਣਾ। ਪਰ ਕਹਿੰਦੇ ਕਿ ਜੋ ਜਮਰਾਜ ਹੈ, ਬੇਸ਼ੱਕ ਉਹ ਆਪਣੇ ਆਪ ਨੂੰ ਆਪਦੇ ਮਨ 'ਚ ਚੰਗੇ ਸਮਝਦੇ ਹੋਣ, ਪਰ ਜੋ ਜਮਰਾਜ ਹੈ ਉਹ ਉਹਨਾਂ ਨੂੰ ਸਦਾ ਵੇਖਦਾ ਰਹਿੰਦਾ ਹੈ। ਭਾਵ ਕਿ ਉਹ ਆਪਣੀਆਂ ਮਾੜੀਆਂ ਕਰਤੂਤਾਂ ਦੇ ਕਰਕੇ ਜਮਾਂ ਦੇ ਵੱਸ ਪੈ ਜਾਂਦੇ ਨੇ। ਉਹਨਾਂ ਦਾ ਮਨ ਜੋ ਹੈ ਬੜਾ ਅਸ਼ਾਂਤ ਰਹਿੰਦਾ ਹੈ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਭਾਣਿਆ। ਇਹ ਜੋ ਮਨਮੁਖ ਮਨੁੱਖ ਹੁੰਦੇ ਨੇ, ਇਹ ਉਸ ਪਰਮਾਤਮਾ ਵੱਲੋਂ ਕੀਤੇ ਹੋਏ ਉਪਕਾਰਾਂ ਦੀ ਸਾਰ ਨਹੀਂ ਜਾਣਦੇ। ਮਨਮੁਖ ਲੂਣ ਹਰਾਮ, ਇਹ ਲੂਣ ਹਰਾਮ ਲੋਕ, ਨਮਕ ਹਰਾਮ ਲੋਕ ਹੁੰਦੇ ਨੇ। ਕਿਆ ਨਾ ਜਾਣਿਆ ਤੋਂ ਭਾਵ ਕਿ ਉਹ ਪਰਮਾਤਮਾ ਉਹਨਾਂ ਲਈ ਇੰਨਾ ਕਰਦਾ ਹੈ, ਪਰ ਉਸ ਪਰਮਾਤਮਾ ਨੂੰ ਹੀ ਉਹ ਕੁਝ ਨਹੀਂ ਜਾਣਦੇ। ਬੱਧੇ ਕਰਨ ਸਲਾਮ ਖਸਮ ਨਾ ਭਾਣਿਆ, ਪਰ ਜਦੋਂ ਕਿਸੇ ਮੁਸੀਬਤ ਦੇ ਵਿੱਚ ਬੱਝੇ ਹੁੰਦੇ ਨੇ, ਬੱਧੇ ਕਰਨ ਸਲਾਮ, ਫਿਰ ਉਸ ਪਰਮਾਤਮਾ ਨੂੰ ਜ਼ਰੂਰ ਯਾਦ ਵੀ ਕਰਦੇ ਨੇ ਤੇ ਉਸ ਪਰਮਾਤਮਾ ਨੂੰ ਸਲਾਮ ਵੀ ਕਰਦੇ ਨੇ। ਪਰ ਉਸ ਵਕਤ ਫਿਰ ਗੁਰੂ ਜੀ ਕਹਿੰਦੇ ਕਿ ਖਸਮ ਨਾ ਭਾਣਿਆ, ਫਿਰ ਉਸ ਵਕਤ ਉਹ ਉਸ ਖਸਮ ਪਰਮਾਤਮਾ ਨੂੰ ਚੰਗੇ ਨਹੀਂ ਲੱਗਦੇ। ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ, ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਜਿਸ ਮਨੁੱਖ ਨੂੰ ਪਰਮਾਤਮਾ ਮਿਲ ਜਾਂਦਾ ਹੈ, ਸੱਚ ਮਿਲੈ ਮੁਖ ਨਾਮ, ਜਿਸ ਮਨੁੱਖ ਦੇ ਮੁਖ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਹੁੰਦਾ ਹੈ, ਉਹ ਸਾਹਿਬ ਭਾਵਸੀ, ਉਹ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਤੇ ਕਰਸਨ ਤਖਤ ਸਲਾਮ, ਉਹਨੂੰ ਤਖਤ ਦੇ ਉੱਤੇ ਬੈਠੇ ਨੂੰ ਸਾਰੇ ਲੋਕ ਸਲਾਮ ਕਰਦੇ ਨੇ। ਲਿਖਿਆ ਪਾਵਸੀ, ਆਪਣੇ ਲੇਖਾਂ ਦਾ ਲਿਖਿਆ ਉਹ ਪ੍ਰਾਪਤ ਕਰਦਾ ਹੈ। ਜੋ ਵੀ ਉਸ ਮਨੁੱਖ ਨੇ ਲੇਖ ਕਮਾਏ ਹੁੰਦੇ ਨੇ, ਕਰਮ ਕਮਾਏ ਹੁੰਦੇ ਨੇ, ਉਹਨਾਂ ਦਾ ਲਿਖਿਆ ਹੋਇਆ, ਉਹਨਾਂ ਦਾ ਨਤੀਜਾ ਉਹ ਮਨੁੱਖ ਪ੍ਰਾਪਤ ਕਰਦਾ ਹੈ। ਮਹਿਲਾ ਪਹਿਲਾ ਸ਼ਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਤਾਰੂ ਤੋਂ ਭਾਵ ਡੂੰਘਾ ਪਾਣੀ, ਪੰਖੀ ਤੋਂ ਭਾਵ ਪੰਛੀ। ਤਾਂ ਗੁਰੂ ਜੀ ਕਹਿੰਦੇ ਕਿ ਡੂੰਘਾ ਪਾਣੀ ਮੱਛੀ ਨੂੰ ਕੀ ਕਰ ਸਕਦਾ ਹੈ, ਖੁੱਲ੍ਹਾ ਆਕਾਸ਼ ਪੰਛੀ ਨੂੰ ਕੀ ਕਰ ਸਕਦਾ ਹੈ। ਹੁਣ ਡੂੰਘਾ ਪਾਣੀ ਆਪਣੇ ਆਪ ਦੇ ਵਿੱਚ ਬੇਸ਼ੱਕ ਆਪਣੇ ਆਪ ਨੂੰ ਮਹਾਨ ਸਮਝੇ ਕਿ ਮੈਂ ਬਹੁਤ ਡੂੰਘਾ ਹਾਂ, ਖੁੱਲ੍ਹਾ ਆਸਮਾਨ, ਵੱਡਾ ਆਸਮਾਨ ਆਪਣੇ ਆਪ ਨੂੰ ਬੇਸ਼ੱਕ ਮਹਾਨ ਸਮਝੇ ਕਿ ਮੈਂ ਬਹੁਤ ਵੱਡਾ ਹਾਂ, ਮੈਂ ਬਹੁਤ ਖੁੱਲ੍ਹਾ ਹਾਂ, ਪਰ ਨਾ ਹੀ ਤੇ ਉਹ ਵੱਡਾ ਆਕਾਸ਼ ਕੁਝ ਪੰਛੀ ਨੂੰ ਕਰ ਸਕਦਾ ਹੈ, ਤੇ ਨਾ ਹੀ ਡੂੰਘਾ ਪਾਣੀ ਮੱਛੀ ਨੂੰ ਕੁਝ ਕਰ ਸਕਦਾ ਹੈ। ਪੱਥਰ ਪਾਲਾ ਕਿਆ ਕਰੇ, ਜੋ ਠੰਡ ਹੈ ਆਪਣੇ ਆਪ ਨੂੰ ਬੇਸ਼ੱਕ ਮਹਾਨ ਸਮਝ ਲਵੇ ਕਿ ਮੈਂ ਬਹੁਤ ਠੰਡੀ ਹਾਂ, ਪਰ ਪੱਥਰ ਦੇ ਉੱਤੇ ਕੋਈ ਅਸਰ ਨਹੀਂ ਕਰ ਸਕਦੀ। ਖੁਸਰੇ ਕਿਆ ਘਰ ਵਾਸ, ਤੇ ਘਰ ਵਸੇਵੇ ਦਾ ਖੁਸਰੇ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ, ਘਰ ਵਸੇਵੇ ਨਾਲ ਉਹਨਾਂ ਨੂੰ ਫਰਕ ਨਹੀਂ ਪੈਂਦਾ। ਕੁੱਤੇ ਚੰਦਨ ਲਾਈਐ, ਭੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਐ, ਪੜ੍ਹੀਐ ਸਿਮਰਤ ਪਾਠ। ਕੁੱਤੇ ਨੂੰ ਜੇਕਰ ਅਸੀਂ ਚੰਦਨ ਵੀ ਲਾ ਦਈਏ ਤਾਂ ਵੀ ਉਹਦਾ ਜੋ ਅਸਲਾ ਹੈ, ਉਹਦੀ ਜੋ ਧਾਤ ਹੈ, ਉਹ ਕੁੱਤਿਆਂ ਵਾਲੀ ਹੀ ਰਹੇਗੀ। ਉਸੇ ਤਰ੍ਹਾਂ ਹੀ ਬੋਲਾ ਜੇ ਸਮਝਾਈਐ, ਪੜ੍ਹੀਐ ਸਿਮਰਤ ਪਾਠ, ਕਿ ਜੋ ਬੋਲਾ ਮਨੁੱਖ ਹੈ, ਜਿਸ ਨੂੰ ਸੁਣਦਾ ਹੀ ਨਹੀਂ, ਅਸੀਂ ਉਹਨੂੰ ਸਮਝਾ ਕੇ ਵੀ ਕੀ ਕਰ ਲਵਾਂਗੇ, ਉਹਦੇ ਕੋਲੇ ਬੈਠ ਕੇ ਸਿਮਰਤੀਆਂ ਪੜ੍ਹ ਕੇ ਜਾਂ ਪਾਠ ਕਰਕੇ ਵੀ ਕੀ ਕਰ ਲਵਾਂਗੇ। ਅੰਧਾ ਚਾਨਣ ਰੱਖੀਐ, ਦੀਵੈ ਬਲੇ 50, ਚੌਣੇ ਸੋਇਨਾ ਪਾਈਐ, ਚੁਣ ਚੁਣ ਖਾਵੈ ਘਾਸ। ਜਿਹੜਾ ਮਨੁੱਖ ਅੰਨਾ ਹੈ, ਉਹਨੂੰ ਅਸੀਂ ਚਾਨਣ ਦੇ ਵਿੱਚ ਰੱਖੀਏ, ਉਹਦੇ ਕੋਲੇ ਭਾਵੇਂ 50 ਦੀਵੇ ਬਾਲ ਲਈਏ, ਪਰ ਉਹਨੂੰ ਜਦੋਂ ਦਿਖਦਾ ਹੀ ਨਹੀਂ ਉਹਨਾਂ ਸਾਰੇ ਕਾਸੇ ਦਾ ਉਹਨੂੰ ਕੀ ਭਾ। ਤੇ ਚੌਣਾ ਤੋਂ ਭਾਵ ਚੁਗਣ ਗਏ ਹੋਏ ਪਸ਼ੂ, ਜਿਸ ਤਰ੍ਹਾਂ ਕਿ ਜੋ ਪਸ਼ੂ ਹਨ ਉਹਨਾਂ ਦਾ ਝੁੰਡ ਬਣਾ ਕੇ ਖੇਤਾਂ ਦੇ ਵਿੱਚ ਜਾਂ ਜੰਗਲਾਂ ਦੇ ਵਿੱਚ ਉਹਨਾਂ ਨੂੰ ਚਾਰਨ ਦੇ ਲਈ ਲੈ ਕੇ ਜਾਇਆ ਜਾਂਦਾ ਹੈ। ਚੌਣੇ ਸੋਇਨਾ ਪਾਈਐ, ਚੁਣ ਚੁਣ ਖਾਵੈ ਘਾਸ, ਕਿ ਉਹਨਾਂ ਪਸ਼ੂਆਂ ਨੂੰ ਭਾਵੇਂ ਤੁਸੀਂ ਸੋਨਾ ਪਾ ਦਿਓ,
ਪਰ ਉਹਨਾਂ ਨੂੰ ਉਸ ਸੋਨੇ ਦੀ ਕੀਮਤ ਦਾ ਕੋਈ ਪਤਾ ਨਹੀਂ। ਉਹਨਾਂ ਦੇ ਉੱਤੇ ਉਸ ਸੋਨੇ ਦਾ ਕੋਈ ਅਸਰ ਨਹੀਂ। ਉਹਨਾਂ ਨੇ ਚੁਣ ਚੁਣ ਕੇ ਘਾਹ ਹੀ ਖਾਣਾ ਹੈ। ਲੋਹਾ ਮਾਰਨ ਪਾਈਐ ਢਹੈ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਤੇ ਲੋਹੇ ਦੇ ਵਿੱਚ ਕਹਿੰਦੇ ਜੇਕਰ ਕੋਈ ਅਸੀਂ ਮਾਰਨ ਪਾ ਕੇ, ਕੋਈ ਮਸਾਲਾ ਪਾ ਕੇ ਉਹਨੂੰ ਢਾਲ ਵੀ ਲਈਏ ਤਾਂ ਵੀ ਢਲ ਕੇ ਉਹ ਕਪਾਹ ਜਿੰਨਾ ਨਰਮ ਨਹੀਂ ਹੋ ਸਕਦਾ। ਤੇ ਇਹੀ ਹਾਲ ਗੁਰੂ ਜੀ ਕਹਿੰਦੇ ਕਿ ਨਾਨਕ ਮੂਰਖ ਇਹ ਗੁਣ, ਕਿ ਇਹੀ ਗੁਣ ਮੂਰਖਾਂ ਦੇ ਹੁੰਦੇ ਨੇ, ਬੋਲੇ ਸਦਾ ਵਿਨਾਸ਼। ਜਿਨ੍ਹਾਂ ਨੂੰ ਅਸੀਂ ਲੱਖ ਸਮਝਾ ਲਈਏ ਉਹਨਾਂ ਨੇ ਸਦਾ ਵਿਨਾਸ਼ ਗੱਲਾਂ ਹੀ ਕਰਨੀਆਂ ਹਨ, ਅਜਿਹੀਆਂ ਗੱਲਾਂ ਹੀ ਕਰਨੀਆਂ ਹਨ ਜਿਨ੍ਹਾਂ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਇਹਨਾਂ ਪੰਕਤੀਆਂ ਦੇ ਰਾਹੀਂ ਗੁਰੂ ਜੀ ਨੇ ਅਸਰ ਦੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਮੱਛੀ ਦੇ ਉੱਤੇ ਡੂੰਘੇ ਪਾਣੀ ਦਾ, ਪੰਛੀ ਦੇ ਉੱਤੇ ਖੁੱਲ੍ਹੇ ਆਕਾਸ਼ ਦਾ, ਕੁੱਤੇ ਦੇ ਉੱਤੇ ਚੰਦਣ ਦਾ, ਬੋਲੇ ਦੇ ਅੱਗੇ ਬੋਲਣ ਦਾ, ਅੰਨੇ ਨੂੰ ਚਾਨਣ ਵਿਖਾਉਣ ਦਾ, ਪਸ਼ੂਆਂ ਦੇ ਅੱਗੇ ਸੋਨਾ ਪਾਉਣ ਦਾ ਤੇ ਜਾਂ ਲੋਹੇ ਦੇ ਵਿੱਚ ਕੋਈ ਮਸਾਲੇ ਪਾਉਣ ਦਾ ਕੋਈ ਅਸਰ ਨਹੀਂ ਹੁੰਦਾ, ਉਸੇ ਤਰ੍ਹਾਂ ਹੀ ਜਿਹੜਾ ਮਨੁੱਖ ਮੂਰਖ ਹੁੰਦਾ ਹੈ ਉਹਨੂੰ ਸਮਝਾਉਣ ਦਾ ਵੀ ਕੋਈ ਅਸਰ ਨਹੀਂ ਹੁੰਦਾ। ਮਹਿਲਾ ਪਹਿਲਾ। ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਹਨਾਂ ਪੰਕਤੀਆਂ ਦੇ ਰਾਹੀਂ ਗੁਰੂ ਜੀ ਸਬੰਧ ਦੀ ਗੱਲ ਕਰ ਰਹੇ ਹਨ। ਜਿਸ ਤਰ੍ਹਾਂ ਕਿ ਪਿਛਲੀਆਂ ਪੰਕਤੀਆਂ ਦੇ ਰਾਹੀਂ ਅਸਰ ਦੀ ਗੱਲ ਕੀਤੀ ਸੀ, ਗੁਰੂ ਜੀ ਕਹਿੰਦੇ ਕਿ ਜੇ ਸੋਨਾ, ਕੰਚਨ ਤੋਂ ਭਾਵ ਸੋਨਾ ਤੇ ਸਾਰ ਤੋਂ ਭਾਵ ਲੋਹਾ, ਕਹਿੰਦੇ ਕਿ ਜੇ ਕਹਿ ਲਈਏ ਕਿ ਸੋਨਾ ਜਾਂ ਲੋਹਾ ਟੁੱਟ ਜਾਏ ਤਾਂ ਅਗਨੀ ਗੰਢ ਪਾਏ ਲੋਹਾਰ, ਤਾਂ ਅੱਗ ਦਾ ਇਸਤੇਮਾਲ ਕਰਕੇ ਜੋ ਲੋਹਾਰ ਹੈ ਜਾਂ ਸੁਨਿਆਰ ਹੈ ਉਹ ਉਹਨਾਂ ਦੀ ਗੰਢ ਲਾ ਦਿੰਦਾ ਹੈ, ਉਹਨਾਂ ਦਾ ਸਬੰਧ ਬਣਾ ਦਿੰਦਾ ਹੈ। ਜੋ ਲੋਹੇ ਦੀ ਇੱਕ ਚੀਜ਼ ਦੇ ਦੋ ਟੁਕੜੇ ਹੋ ਗਏ ਸਨ ਉਹਨਾਂ ਨੂੰ ਲੋਹਾਰ ਜੋੜ ਦਿੰਦਾ ਹੈ। ਗੋਰੀ ਸੇਤੀ ਟੁੱਟੈ ਪਧਾਰ, ਗੋਰੀ ਤੋਂ ਭਾਵ ਬਹੁਤੀ ਤੇ ਪਧਾਰ ਤੋਂ ਭਾਵ ਖਸਮ। ਕਹਿੰਦੇ ਜੇਕਰ ਬਹੁਤੀ ਦੇ ਨਾਲੋਂ ਖਸਮ ਟੁੱਟ ਜਾਏ, ਨਾਰਾਜ਼ ਹੋ ਜਾਏ ਤਾਂ ਪੁੱਤੀ ਗੰਢ ਪਵੈ ਸੰਸਾਰ, ਤਾਂ ਸੰਸਾਰ ਦੇ ਵਿੱਚ ਉਹਨਾਂ ਦਾ ਜੋ ਜੋੜ ਹੈ ਬੱਚਿਆਂ ਦੇ ਰਾਹੀਂ ਪੈ ਜਾਂਦਾ ਹੈ। ਰਾਜਾ ਮੰਗੈ ਦਿੱਤਾ ਗੰਢ ਪਾਏ, ਕਿ ਜੋ ਰਾਜਾ ਹੈ ਉਹ ਮਾਮਲਾ ਮੰਗਦਾ ਹੈ, ਟੈਕਸ ਮੰਗਦਾ ਹੈ ਲੋਕਾਂ ਦੇ ਪਾਸੋਂ। ਲੋਕ ਜੇ ਮਨਾ ਕਰ ਦੇਣ ਤਾਂ ਲੋਕਾਂ ਤੇ ਪਰਜਾ ਤੇ ਰਾਜੇ ਦੇ ਵਿੱਚ ਦਰਾਰ ਪੈ ਜਾਂਦੀ ਹੈ, ਪਰ ਜਦੋਂ ਹੀ ਉਹਨਾਂ ਨੇ ਉਹ ਟੈਕਸ ਦੇ ਦਿੱਤਾ ਤਾਂ ਉਹ ਦਰਾਰ ਮਿਟ ਵੀ ਜਾਂਦੀ ਹੈ, ਉਹਨਾਂ ਦਾ ਸਬੰਧ ਫਿਰ ਜੁੜ ਜਾਂਦਾ ਹੈ। ਭੁੱਖਿਆ ਗੰਢ ਪਵੈ ਜਾ ਖਾਏ, ਤੇ ਜਿਹੜਾ ਮਨੁੱਖ ਭੁੱਖਾ ਹੈ ਉਹਦਾ ਆਪਣੇ ਸਰੀਰ ਨਾਲੋਂ ਜੋ ਟੁੱਟਿਆ ਹੋਇਆ ਸਬੰਧ ਹੈ ਉਹ ਜਦੋਂ ਕੁਝ ਖਾ ਲੈਂਦਾ ਹੈ ਤਾਂ ਉਹਦਾ ਵੀ ਉਹ ਸਬੰਧ ਦੁਬਾਰੇ ਜੁੜ ਜਾਂਦਾ ਹੈ। ਕਾਲਾਂ ਗੰਢ ਨਦੀਆਂ ਮੀਂਹ ਝੋਲ, ਕਾਲ ਤੋਂ ਭਾਵ ਕਿ ਸੋਕਾ, ਕਿ ਜੋ ਸੋਕਾ ਹੈ ਉਹਨੂੰ ਵੀ ਗੰਢ ਪਾਈ ਜਾ ਸਕਦੀ ਹੈ, ਉਹਨੂੰ ਵੀ ਰੋਕਿਆ ਜਾ ਸਕਦਾ ਹੈ। ਜਦੋਂ ਮੀਂਹ ਪੈ ਜਾਂਦੇ ਨੇ ਨਦੀਆਂ ਵਗਣ ਲੱਗ ਜਾਂਦੀਆਂ ਹਨ। ਗੰਢ ਪ੍ਰੀਤੀ ਮਿੱਠੇ ਬੋਲ, ਤੇ ਜੋ ਪਿਆਰ ਦੀ ਗੰਢ ਹੈ ਉਹ ਮਿੱਠੇ ਬੋਲਾਂ ਨਾਲ ਪੈ ਸਕਦੀ ਹੈ। ਬੇਦਾ ਗੰਢ ਬੋਲੇ ਸੱਚ ਕੋਏ, ਜਿਹੜਾ ਮਨੁੱਖ ਸੱਚ ਬੋਲਦਾ ਹੈ ਉਹਦਾ ਹੀ ਧਾਰਮਿਕ ਪੁਸਤਕਾਂ ਦੇ ਨਾਲ ਜੋੜ ਜੁੜਦਾ ਹੈ, ਸਬੰਧ ਜੁੜਦਾ ਹੈ। ਮੋਇਆ ਗੰਢ ਨੇਕੀ ਸੱਤ ਹੋਏ, ਜਿਹੜੇ ਮਨੁੱਖ ਮਰ ਜਾਂਦੇ ਨੇ, ਇਸ ਸੰਸਾਰ ਤੋਂ ਚਲੇ ਜਾਂਦੇ ਨੇ, ਉਹਨਾਂ ਦੀ ਕੀਤੀ ਹੋਈ ਨੇਕੀ ਦੇ ਕਰਕੇ ਉਹਨਾਂ ਦਾ ਇਸ ਸੰਸਾਰ ਦੇ ਨਾਲ ਸਬੰਧ ਜੁੜਿਆ ਰਹਿੰਦਾ ਹੈ। ਲੋਕ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਹਨ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੁਹੇ ਮਾਰ। ਕਹਿੰਦੇ ਸੋ ਇਹ ਜੋ ਜਗਤ ਹੈ, ਸੰਸਾਰ ਹੈ, ਇਹਦੇ ਵਿੱਚ ਇਸ ਤਰ੍ਹਾਂ ਦੇ ਸਬੰਧਾਂ ਦਾ, ਇੱਦਾਂ ਦੀਆਂ ਗੰਢਾਂ ਦਾ ਵਰਤਾਰਾ ਚੱਲਦਾ ਆ ਰਿਹਾ ਹੈ। ਮੂਰਖ ਗੰਢ ਪਵੈ ਮੁਹੇ ਮਾਰ, ਕਿ ਜੋ ਮੂਰਖ ਹੈ ਉਹਨੂੰ ਵੀ ਗੰਢ ਪਾਈ ਜਾ ਸਕਦੀ ਹੈ, ਉਹਦੀ ਮੂਰਖਤਾ ਨੂੰ ਵੀ ਰੋਕਿਆ ਜਾ ਸਕਦਾ ਹੈ ਜੇਕਰ ਉਹਦੇ ਮੂੰਹ ਤੇ ਮਾਰ ਪੈ ਜਾਵੇ ਤਾਂ। ਨਾਨਕ ਆਖੈ ਇਹੋ ਵਿਚਾਰ, ਕਿ ਨਾਨਕ ਇੱਕ ਵਿਚਾਰ ਦੱਸਦਾ ਹੈ। ਸਿਫਤੀ ਗੰਢ ਪਵੈ ਦਰਬਾਰ, ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਹਦੀ ਸਿਫਤ ਸਲਾਹ ਨਾਲ ਗੰਢ ਪਾਈ ਜਾ ਸਕਦੀ ਹੈ, ਸੰਬੰਧ ਬਣਾਇਆ ਜਾ ਸਕਦਾ ਹੈ। ਸੋ ਗੁਰੂ ਜੀ ਨੇ ਸਾਨੂੰ ਦੁਨਿਆਵੀ ਵਰਤਾਰੇ ਦਿਖਾਏ ਕਿ ਕਿਸ ਤਰ੍ਹਾਂ ਵੱਖ-ਵੱਖ ਵਰਤਾਰਿਆਂ ਦੇ ਵਿੱਚ ਵੱਖ-ਵੱਖ ਚੀਜ਼ਾਂ ਦਾ, ਵੱਖ-ਵੱਖ ਅਹਿਸਾਸਾਂ ਦੇ ਨਾਲ ਸੰਬੰਧ ਜੁੜਦਾ ਹੈ। ਤੇ ਅਖੀਰ ਦੇ ਵਿੱਚ ਸਾਨੂੰ ਦੱਸਿਆ ਕਿ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਸੰਬੰਧ ਜੋੜਨਾ ਹੈ ਤਾਂ ਉਹਦੀ ਸਿਫਤ ਸਲਾਹ ਕਰਕੇ ਜੋੜ ਸਕਦੇ ਹਾਂ, ਉਹਦੀ ਵਡਿਆਈ ਕਰਕੇ ਜੋੜ ਸਕਦੇ ਹਾਂ, ਉਹਨੂੰ ਚੇਤੇ ਰੱਖ ਕੇ ਜੋੜ ਸਕਦੇ ਹਾਂ। ਪੌੜੀ। ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਕਹਿੰਦੇ ਇਹ ਜੋ ਕੁਦਰਤ ਹੈ, ਇਹ ਸੰਸਾਰ ਹੈ, ਸ੍ਰਿਸ਼ਟੀ ਹੈ, ਉਸ ਪਰਮਾਤਮਾ ਨੇ ਆਪ ਹੀ ਸਿਰਜੀ ਹੈ
ਤੇ ਆਪੇ ਕਰੇ ਵਿਚਾਰ, ਵਿਚਾਰ ਤੋਂ ਭਾਵ ਖਿਆਲ ਰੱਖਣਾ, ਤੇ ਆਪ ਹੀ ਉਹ ਇਸ ਸ੍ਰਿਸ਼ਟੀ ਦਾ ਖਿਆਲ ਵੀ ਰੱਖਦਾ ਹੈ। ਇੱਕ ਖੋਟੇ ਇੱਕ ਖਰੇ, ਕਈ ਮਨੁੱਖ ਉਸਨੇ ਖੋਟੇ ਪੈਦਾ ਕੀਤੇ ਨੇ, ਕਈ ਖਰੇ ਪੈਦਾ ਕੀਤੇ ਨੇ, ਤੇ ਆਪੇ ਪਰਖਣਹਾਰ, ਪਰ ਉਹਨਾਂ ਨੂੰ ਪਰਖਣ ਵਾਲਾ ਉਹ ਆਪ ਹੀ ਹੈ। ਖਰੇ ਖਜ਼ਾਨਾ ਪਾਈਐ, ਖੋਟਾ ਸੱਟਿਆ ਬਾਹਰ ਵਾਰ। ਜੋ ਖਰੇ ਮਨੁੱਖ ਨੇ ਉਹਨਾਂ ਨੂੰ ਪ੍ਰਮਾਤਮਾ ਆਪਣੇ ਖਜ਼ਾਨੇ ਦੇ ਵਿੱਚ ਪਾ ਲੈਂਦਾ ਹੈ, ਉਹਨਾਂ ਨੂੰ ਇੱਕ ਪਵਿੱਤਰ ਜੀਵਨ ਬਖਸ਼ ਦਿੰਦਾ ਹੈ, ਤੇ ਜੋ ਖੋਟੇ ਹਨ ਉਹਨਾਂ ਨੂੰ ਪਰੇ ਸੁੱਟ ਦਿੰਦਾ ਹੈ, ਉਹਨਾਂ ਨੂੰ ਆਤਮਿਕ ਮੌਤ ਬਖਸ਼ਦਾ ਹੈ। ਉਹ ਆਪਣੀ ਆਤਮਾ ਪੱਖੋਂ, ਮਨ ਪੱਖੋਂ ਉਦਾਸ ਰਹਿੰਦੇ ਨੇ, ਚਿੰਤਾਵਾਂ ਦੇ ਵਿੱਚ ਘਿਰੇ ਰਹਿੰਦੇ ਨੇ। ਖੋਟੇ ਸੱਚੀ ਦਰਗਾਹ ਸੁੱਟੀਐ, ਕਿਸ ਆਗੈ ਕਰੇ ਪੁਕਾਰ। ਕਿ ਜੋ ਖੋਟੇ ਹਨ ਉਹਨਾਂ ਨੂੰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚੋਂ ਧੱਕਾ ਮਿਲਦਾ ਹੈ, ਤੇ ਕੋਈ ਹੋਰ ਥਾਂ ਐਸੀ ਹੈ ਵੀ ਨਹੀਂ ਕਿ ਜਿੱਥੇ ਜਾ ਕੇ ਉਹ ਫਰਿਆਦ ਕਰ ਸਕਣ, ਪੁਕਾਰ ਕਰ ਸਕਣ। ਸਤਿਗੁਰ ਪਿੱਛੇ ਭੱਜ ਪਵੈ, ਇਹਾ ਕਰਨੀ ਸਾਰ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨਹਾਰ। ਕਰਨੀ ਸਾਰ ਤੋਂ ਭਾਵ ਚੰਗੀ ਗੱਲ, ਸ੍ਰੇਸ਼ਟ ਕਾਰਜ। ਕਹਿੰਦੇ ਇਹਨਾਂ ਖੋਟਿਆਂ ਦੇ ਲਈ ਸਭ ਤੋਂ ਸ੍ਰੇਸ਼ਟ ਕਾਰਜ ਇਹੀ ਹੈ ਕਿ ਸਤਿਗੁਰ ਪਿੱਛੇ ਭੱਜ ਪਵੈ, ਕਿ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਲੱਗਣ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨਹਾਰ। ਉਸ ਪਰਮਾਤਮਾ ਦੇ ਸ਼ਬਦਾਂ ਦੇ ਰਾਹੀਂ, ਗੁਰੂ ਉਸ ਪਰਮਾਤਮਾ ਦੇ ਸ਼ਬਦਾਂ ਦੇ ਰਾਹੀਂ ਖੋਟਿਆਂ ਨੂੰ ਵੀ ਖਰੇ ਬਣਾ ਦਿੰਦਾ ਹੈ। ਸੱਚੀ ਦਰਗਾਹ ਮੰਨੀਅਨ, ਗੁਰ ਕੈ ਪ੍ਰੇਮ ਪਿਆਰ। ਗਣਤ ਤਿਨਾਂ ਦੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾਰ। ਸੱਚੇ ਗੁਰੂ ਦੇ ਬਖਸ਼ੇ ਹੋਏ ਪ੍ਰੇਮ ਪਿਆਰ ਦੇ ਕਾਰਨ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਖੋਟੇ ਵੀ ਆਦਰ ਪ੍ਰਾਪਤ ਕਰਦੇ ਹਨ। ਸੱਚੀ ਦਰਗਾਹ ਮੰਨੀਅਨ, ਕਿ ਉਹ ਸੱਚੇ ਦੀ ਦਰਗਾਹ ਦੇ ਵਿੱਚ ਮੰਨੇ ਜਾਂਦੇ ਹਨ। ਤੇ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਬਖਸ਼ ਕੇ ਆਪਣੇ ਦਰਗਾਹ ਦੇ ਵਿੱਚ ਆਦਰ ਮਾਣ ਦੇ ਦਿੱਤਾ, ਤਾਂ ਗਣਤ ਤਿਨਾਂ ਦੀ ਕੋ ਕਿਆ ਕਰੇ, ਤਾਂ ਉਹਨਾਂ ਦੇ ਚੰਗੇ ਮੰਦੇ ਕਰਮਾਂ ਨੂੰ ਗਿਣਨ ਦੀ ਜੋ ਜ਼ਰੂਰਤ ਹੈ ਉਹ ਹੋਰ ਕੋਈ ਕਿਵੇਂ ਕਰੇ। ਕਿਉਂਕਿ ਉਹ ਪਰਮਾਤਮਾ ਦਾ ਜੋ ਦਰਬਾਰ ਹੈ ਸਭ ਤੋਂ ਉੱਚਾ ਹੈ। ਜਦੋਂ ਤੁਹਾਨੂੰ ਉਹਦੇ ਦਰਬਾਰ ਦੇ ਵਿੱਚ ਆਦਰ ਮਿਲ ਗਿਆ ਤਾਂ ਦੁਨਿਆਵੀ ਲੋਕ ਤੁਹਾਨੂੰ ਬੇਸ਼ੱਕ ਚੰਗਾ ਸਮਝਣ ਜਾਂ ਨਾ ਸਮਝਣ, ਉਸ ਦਾ ਕੋਈ ਫਰਕ ਨਹੀਂ ਪੈਂਦਾ। ਸ਼ਲੋਕ ਮਹਿਲਾ ਪਹਿਲਾ। ਹਮ ਜੇਰ ਜਿਮੀ ਦੁਨੀਆ, ਪੀਰਾ ਮਸਾਇਕਾ ਰਾਏ। ਮੇ ਰਬਦਵਾਦ ਸਾਹਾ, ਅਫਜੂ ਖੁਦਾਏ। ਏਕ ਤੂੰ ਹੀ, ਏਕ ਤੂੰ ਹੀ। ਇਹ ਪੰਕਤੀਆਂ ਥੋੜੇ ਫਾਰਸੀ ਅੰਦਾਜ਼ ਦੇ ਵਿੱਚ ਲਿਖੀਆਂ ਗਈਆਂ ਹਨ। ਕਹਿੰਦੇ ਕਿ ਪੀਰ, ਸ਼ੇਖ, ਰਾਏ, ਬਾਦਸ਼ਾਹ, ਇਹ ਸਾਰੇ ਜੋ ਨੇ ਇਹ ਰਬਦ ਨੇ, ਨਾਸਵੰਤ ਨੇ, ਉਹਨਾਂ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਅਫਜੂ ਖੁਦਾਏ, ਅਫਜੂ ਤੋਂ ਭਾਵ ਬਾਕੀ ਰਹਿਣ ਵਾਲਾ। ਕਹਿੰਦੇ ਸਦਾ ਅਟਲ ਰਹਿਣ ਵਾਲਾ, ਹੇ ਪਰਮਾਤਮਾ ਇੱਕ ਤੂੰ ਹੀ ਹੈ। ਮਹਿਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਿਕਾ ਧਰਾ। ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਕਹਿੰਦੇ ਨਾ ਦੇਵ, ਨਾ ਦਾਨਵ, ਨਾ ਮਨੁੱਖ, ਤੇ ਨਾ ਹੀ ਕੋਈ ਸਿੱਧੀਆਂ ਪ੍ਰਾਪਤ ਕਰ ਚੁੱਕੇ ਜੋਗੀ ਇਸ ਧਰਤੀ ਦੇ ਉੱਤੇ ਸਦਾ ਕਾਇਮ ਰਹੇ। ਸਾਰੇ ਦੇ ਸਾਰੇ ਨਾਸ ਹੋ ਗਏ। ਅਸਤ ਏਕ, ਅਸਤ ਤੋਂ ਭਾਵ ਕਾਇਮ। ਕਾਇਮ ਸਿਰਫ ਇੱਕੋ ਉਹ ਪਰਮਾਤਮਾ ਹੈ, ਦਿਗਰ ਕੋਈ ਦੂਜਾ ਕੋਈ ਵੀ ਨਹੀਂ ਹੈ ਜਿਹੜਾ ਸਦਾ ਇੱਥੇ ਕਾਇਮ ਰਿਹਾ ਹੋਵੇ। ਸਦਾ ਥਿਰ ਰਹਿਣ ਵਾਲਾ ਤਾਂ ਪਰਮਾਤਮਾ ਏਕ ਤੂਈ, ਏਕ ਤੂਈ, ਕਿ ਇੱਕ ਤੂੰ ਹੀ ਹੈ ਜੋ ਇਸ ਧਰਤੀ ਦੇ, ਇਸ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 143ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਅਸਰ ਦੇ ਬਾਰੇ ਵਿੱਚ ਵੇਖਿਆ ਤੇ ਸੰਬੰਧ ਦੇ ਬਾਰੇ ਦੇ ਵਿੱਚ ਵੇਖਿਆ ਜਾਂ ਪੜ੍ਹਿਆ ਕਿ ਕਿਸ ਤਰ੍ਹਾਂ ਮੂਰਖਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਕਿਸ ਤਰ੍ਹਾਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਉਹਦੇ ਨਾਲ ਸੰਬੰਧ ਬਣਾ ਸਕਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਇਸੇ ਤਰ੍ਹਾਂ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।